ਤੁਸੀਂ ਸਿਸਟਮ ਬਣਾਤਾ है ਇਹ ਜੀ ਰਵਦੀਪ ਸਿੰਘ ਜੀ, ਮੈਂ ਥੋੜੀ ਟੈਕਨੀਕਲ डिपार्टमेंट। वाहिगुरु जी। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। वाहिगुरु जी। चेत गोबिंद आराधिए होवे आनंद कणा। संत जना मिल पाइए रसना नाम पणा। चेत गोबिंद आराधिए होवे आनंद कणा। संत जना मिल पाइए रसना नाम पणा। जिन पाया प्रभ आपना आए तिसे गणा। एक खिन तिस बिन जीवना बिरथा जन्म जड़ा। जल थल महियल पूरिया रविया विच मणा। सो प्रभ चित न आवई कितना दुख गणा। जिन्नी रावया सो प्रभु तिना पाग मणा। हर दर्शन को मन लोचदा नानक प्यास मना। चेत मिलाए सो प्रभु तिसके पाए लगा। हर दर्शन को मन लोचदा नानक प्यास मना। चेत मिलाए सो प्रभु तिसके पाए लगा। वाहिगुरु 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 वाहिगुरु। वाहिगुरु जी का खालसा वाहिगुरु जी की फतेह। परमजीत जी कृपा करियो चेत ਜਿਹੜੀ ਲਾਸਟ ਲਾਈਨ ਸੀ ਕਉ ਦੇ ਕੀ ਸਪੈਲਿੰਗ ਨੇ? ਲਾਸਟ ਬਟ ਵਨ ਲਾਈਨ ਹੈ ਨਾ। हरदर्शन कौ क ਦੇ ਉੱਪਰ ਉਹ ਹੈ ਤੇ ਉਹ ਦੇ ਨੀਚੇ ਔਕੜ ਊੜੇ ਦੇ ਨੀਚੇ ਊੜੇ ਦੇ ਸੋ ਨਹੀਂ ਕੱਕਾ ਤੇ ਮੁਕਤਾ ਹੈ ਨਾ। ਕੱਕੇ ਦੇ ਔਕੜ ਨਹੀਂ ਮੁਕਤਾ ਨਹੀਂ ਹੈ। ਹਾਂ ਕੀ ਹੈ? ਕੰਨਾ ਉੱਤੇ ਕੰਨਾ ਨਹੀਂ ਉਹ ਕੱਕੇ ਦੇ ਉੱਪਰ ਬਿੰਦੀ ਹੈ। ਬਿੰਦੀ ਨਹੀਂ ਹੈ। ਬਿੰਦੀ cannot be ਮੈਨੂੰ ਕੁਝ ਭੁਲੇਖਾ ਲੱਗ ਰਿਹਾ। ਲੈਟਸ ਸੀ ਦਰਸ਼ਨ ਕਉ ਹੋਣਾ ਚਾਹੀਦਾ ਹੈ ਤੇ
कौन नहीं होना चाहिए? ਕੀ ਹੋਣਾ ਚਾਹੀਦਾ? ਕੋ बिंदी है को पर को 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 ਕੋ कौ कौ हर दर्शन कौ, हर दर्शन कौ मन कौ। हाँ ਤੁਸੀਂ ਬਿੰਦੀ ਕੀ ਹੈ। ਕਰੀ ਜਾ ਰਹੇ ਹੋ ਪਰਮਜੀਤ ਜੀ? ਇਟਸ ਕੱਕੇ ਦੇ ਉੱਤੇ ਟਿੱਪੀ ਹੈ ਭੈਣ ਮੇਰੀ ਹੈ। ਟਿੱਪੀ ਹੈ। yeah ਕੌ I said ਬਿੰਦੀ ਦੀ ਨਾਸਕੀ ਉਚਾਰਨ ਹੈ ਉਹਦਾ ਕੌ, ਕੋ ਤੇ ਉੜਾ ਕੌ। ਹੈਗਾ। ਸੋ ਦਰਸ਼ਨ ਕੋ ਨਹੀਂ ਹੋਏਗਾ। ਮੈਂ ਉੱਥੇ ਅੜ ਗਿਆ ਸੀ। ਦਰਸ਼ਨ ਆਈ ਜਸਟ ਕੌ। दर्शन कौन ਕੌ ਹਾਂ ਹਰ ਦਰਸ਼ਨ ਕਉ ਮਨ ਲੋਚਦਾ, ਜਿਹੜਾ ਸ਼ੁੱਧ ਉਚਾਰਨ ਹੈ। ਤੇ ਜੇ ਅਸੀਂ ਕਾਉ ਵੀ ਪੜ ਲਈਏ ਤੇ ਠੀਕ ਹੈ, ਬਟ ਕੋ ਨਹੀਂ ਹੈ ਫॉर श्योर। ਕੋ ਦਾ ਮਤਲਬ ਹੋਏਗਾ ਉੱਤੇ ਓ ਦੀ ਮਾਤਰਾ। ਦੈਟਸ ਵਾਟ ਇਟ ਇਜ਼। ਚਲੋ doesn't make any difference। ਅਗੇਨ ਪੜਨ ਦੇ ਵਿੱਚ ਡਿਫਰੈਂਸ ਕੁਝ ਨਹੀਂ ਹੈ। ਮੈਂ ਆਪਣੀ ਉਹਦੀ ਯਾਦਾਨੀ ਦੇ ਲਈ ਵੀ ਆਏ ਦਿਨ ਕੋਈ ਨਾ ਕੋਈ ਨਵੀਂ ਗੱਲ ਸੁਣਦੇ, ਮੈਂ ਕੀ ਕਰਾਂ। ਉਹ ਅਨਪੜਤਾ ਦਾ ਅਹਿਸਾਸ ਰੋਜ਼ ਕਰਾਈ ਜਾਣਾ। ਅੱਜ ਆਇਆ ਸੀ ਇੱਕ ਹੋਰ ਕੀ ਲਫ਼ਜ਼, ਮੋਹੇ। ਮੋਹੇ ਦੀਨ ਕੋ ਰਾਖ ਲਿਆ, ਹਾਂਜੀ। ਤੇ ਹੁਣ ਉਹ ਮੈਂ ਕਹਾਂ ਕਿ ਇਹ ਹਾਹੇ ਨੂੰ ਉਚਾਰਨ ਹੋਣਾ ਨਹੀਂ ਚਾਹੀਦਾ, ਪਰ ਕਿਉਂਕਿ ਮੇਰਾ ਹੱਥ ਤੰਗ ਹੈ ਤੇ ਮੈਂ ਕਿਹਾ ਵੀ ਮੈਂ ਕੀ ਕਰਾਂ। ਫਿਰ ਮੈਂ ਕਿਸੇ ਸਿਆਣੇ ਨੂੰ ਪੁੱਛਿਆ ਤੇ ਮੈਂ ਸ਼ੇਅਰ ਕਰ ਰਿਹਾ। ਚਲੋ ਚੰਗੀ ਗੱਲ ਹੈ, ਸ਼ੇਅਰ ਕਰ ਲਈਏ। ਮੋਹੇ ਜਦੋਂ ਪਰਸੋਨੀ, ਐਮ ਆਈ ਮੇਕਿੰਗ ਸੈਂਸ? ਮੰਮੇ ਨੂੰ ਉਹ ਤੇ ਹਾਹੇ ਨੂੰ ਸਿਆਰੀ। ਹਰੀ yeah ਸੋ ਆਮ ਤੌਰ ਤੇ ਹਾਹਾ ਜਿਹੜਾ ਹੈ ਅੱਜ ਵੀ ਜਿਸ ਤਰ੍ਹਾਂ ਆਏਗਾ, ਉਹਦੇ ਵਿੱਚ ਜਦੋਂ ਹਾਹਾ ਆਉਂਦਾ ਹੈ ਤੇ ਅਸੀਂ ਅੱਲਾਹ ਬੋਲਦੇ ਹਾਂ ਜਾਂ ਹਾਹਾ ਕਹਾ ਏਦਾਂ ਬੋਲਦੇ ਹਾਂ। ਕਹਿਣਾ, ਕਹਿ ਨਾ ਸਕਾਂ, ਕਹਿ ਹੈ ਨਹੀਂ ਕਹਿੰਦੇ, ਅਸੀਂ ਕਹ ਕਹਿੰਦੇ ਹਾਂ। ਤੇ ਇਹ ਸੀਗਾ ਮੋਹੇ। ਤੇ ਮੈਂ ਕਿਹਾ ਵੀ ਇਹ ਕੀ ਹੋ ਸਕਦਾ ਹੈ। ਤੇ ਮੈਨੂੰ, ਕਿਉਂਕਿ ਮੈਨੂੰ ਅਕਲ ਘੱਟ ਹੈ, ਤੇ ਫਿਰ ਮੈਂ ਕਿਸੇ ਸਿਆਣੇ ਦੀ ਸਲਾਹ ਲਈ। ਇਸਲਾਹ ਕਹਿੰਦੇ ਆ ਗਾਈਡੈਂਸ। ਸੋ ਉਹਦਾ ਰੂਲ ਹੈ ਕਿ ਜਦੋਂ ਮੋਹੇ ਜਦੋਂ ਪਰਸੋਨੀਫਿਕੇਸ਼ਨ ਚ ਆਵੇ, ਭਾਵ ਉੱਤਮ ਪੁਰਖ ਚ ਆਵੇ, ਭਾਵ ਮੈਨੂੰ ਦੇ ਲਈ ਆਵੇ, ਮੈਣਾ, ਉੱਥੇ ਹਾਹੇ ਨੂੰ ਸਿਆਰੀ ਬੋਲੇਗੀ। ਤੇ am I making sense? ਤੇ ਜੇ ਮੋਹ ਦੇ ਲਈ ਆਵੇ, ਅਟੈਚਮੈਂਟ ਦੇ ਲਈ, ਤੇ ਸਿਆਰੀ ਲੱਗੀ ਹੋਏਗੀ, ਉੱਥੇ ਵੀ ਮੋਹ ਦੇ ਵਿੱਚ ਆਏਗਾ ਨਾ, ਉੱਥੇ ਸਿਆਰੀ ਹਾਹਾ ਸਿਆਰੀ ਨਹੀਂ ਬੋਲੇਗੀ, ਉੱਥੇ ਆਏਗਾ ਮੋਹ। See, so it's interesting। ਹੁਣ ਤੁਸੀਂ ਪੜ੍ਹ ਰਹੇ ਸੀ ਤੇ ਮੈਂ ਹੁਣ, ਕਿਉਂਕਿ ਮੇਰਾ ਦਿਮਾਗ ਉਧਰ ਚੱਲਦਾ। I thought I said kau. Maybe I don't know, but then it's laga. I was trying to say laga. ਲੱਗਾ ਸਾਰਾ ਕੁਝ ਠੀਕ ਸੀਗਾ। ਉਹ ਕੋ ਤੇ ਮੈਂ ਕਿਹਾ ਕੋ ਕਿਦਾਂ ਹੋਏਗਾ? ਉਹ ਦਰਸ਼ਨ ਕੋ ਕੇ ਦਰਸ਼ਨ ਕਉ, ਤੇ ਉਹ ਵੀ ਗਲਤ ਸੀ। ਕਉ ਹੈ, ਦੇਖੋ। ਅੱਛਾ, ਇੱਥੇ ਟਿੱਪੀ ਦੀ ਜਿਹੜੀ ਲੋੜ ਹੈ ਉਹ ਹੈਗੀ ਹੈ ਵਜ਼ਨ ਪੂਰਾ ਕਰਨ ਦੇ ਲਈ। knowing from the ਗੁਰਬਾਣੀ ਆਸਪੈਕਟ, ਇੱਥੇ ਵਜ਼ਨ ਪੂਰਾ ਕਰਨ, ਕਿਉਂਕਿ ਟਿੱਪੀ ਜਿਹੜੀ ਹੈ ਉਹ ਇੱਕ ਮਾਤਰਾ ਹੁੰਦੀ ਹੈ, ਬਿੰਦੀ ਮਾਤਰਾ ਨਹੀਂ ਹੁੰਦੀ। ਐਨੇ ਹਾਂਜੀ, ਸ੍ਰੀ ਰਾਗ। ਅੱਛਾ, ਤੁਸੀਂ ਇਹ ਵੀ ਨੋਟ ਕੀਤਾ ਹੋਣਾ, ਇੱਕ ਹੋਰ ਗੱਲ ਮੇਰੇ ਜ਼ਿਹਨ ਚ ਆਈ ਸੀ ਕਿ ਜਦੋਂ ਸ੍ਰੀ ਰਾਗ ਸ਼ੁਰੂ ਹੁੰਦਾ ਹੈ ਤੇ ਉੱਥੇ ਆਉਂਦਾ ਹੈ ਰਾਗ ਸ੍ਰੀ ਰਾਗ ਮਹਿਲਾ। ਹੋਰ ਕਿਸੇ ਥਾਂ ਤੇ ਨਹੀਂ ਹੈਗਾ। ਤੇ ਅਸੀਂ ਅਕਸਰ ਜਦੋਂ ਰੈਫਰ ਕਰਦੇ ਹਾਂ ਤੇ ਅਸੀਂ ਕਹਿੰਦੇ ਸ੍ਰੀ ਰਾਗ ਦੀ ਸ਼ੁਰੂਆਤ ਜਿਹੜੀ ਹੈ ਟਾਈਟਲ ਦੇ ਵਿੱਚ, ਉਹ ਰਾਗ ਸ੍ਰੀ ਰਾਗ ਹੈ, ਤੇ ਬਾਕੀ ਸਾਰੇ ਸ੍ਰੀ ਰਾਗ ਹੈ। doesn't make difference, but it's just an observation I'm sharing। ਸ੍ਰੀ ਰਾਗ ਨੂੰ ਇੱਕ rag you say rag shri rag, ਸ਼੍ਰੀ ਨਹੀਂ ਹੈ, ਇੱਥੇ ਸ੍ਰੀ ਹੈ। Sri rag, ਹਾਂਜੀ, ਰਾਗ ਸ੍ਰੀ ਰਾਗ ਆਉਂਦਾ ਜਦੋਂ 14 ਅੰਕ ਤੇ ਪੜ੍ਹੀਏ ਨਾ, ਤੇ ਉੱਥੇ ਆਉਂਦਾ ਰਾਗ ਸ੍ਰੀ ਰਾਗ। ਸੋ
श्री राग मेला पहला घर पहला अष्टपदी आख ਇਹਦੇ ਚ ਰਹਾਉ ਦੀ ਪੰਕਤੀ ਜਿਹੜੀ ਹੈ we are jumping on to because ਅਸ਼ਟਪਦੀ ਹੈ but it's quite long ਤੇ ਬਾਬਾ ਜਿਹੜੀ ਅਸੀਂ ਹਾਹੇ ਦੀ ਗੱਲ ਕਰ ਰਹੇ ਸਾਂ ਹੁਣ ਇੱਥੇ ਕਿਉਂਕਿ ਇਹ borrowed I mean foreign ਲਫ਼ਜ਼ ਹੈ foreign ਭਾਸ਼ਾ ਦਾ ਤੇ foreign ਭਾਸ਼ਾ ਦੇ ਵਿੱਚੋਂ ਜਦੋਂ ਅਸੀਂ ਲਫ਼ਜ਼ ਗੁਰਬਾਣੀ ਚ ਪੜ੍ਹਦੇ ਹਾਂ ਤੇ ਉੱਥੇ ਜੇ ਹਾਹਾ ਬੋਲੇਗਾ ਅੱਲਾ ਜਿਸ ਤਰ੍ਹਾਂ ਅੱਲਾਹ ਨਹੀਂ ਪੜਿਆ ਜਾਂਦਾ ਅੱਲਾਹ ਨਹੀਂ ਕਿਧਰੇ ਪੜਿਆ ਜਾਂਦਾ ਸੋ ਜਦੋਂ ਉਰਦੂ ਜਾਂ ਅਰਬੀ ਦੇ ਵਿੱਚ ਅਸੀਂ ਫਾਰਸੀ ਦੇ ਵਿੱਚ ਪੜ੍ਹਦੇ ਹਾਂ ਤੇ ਅੱਲਾਹ ਲਫ਼ਜ਼ ਹੈ ਅੱਲਾਹ ਲੱਲੇ ਦੇ ਪੈਰ ਚ ਹਾਹਾ ਹੈ ਸੋ ਅਸੀਂ ਇੱਥੇ ਪੜਾਂਗੇ ਬਾਬਾ ਅੱਲਾਹ ਅਗਮ ਅਪਾਰ ਅੱਲਾਹ ਅਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਤਗਾਰ ਇਹ ਕਿਉਂਕਿ ਇਹਦੇ ਚ ਲਫ਼ਜ਼ ਜਿਹੜੇ ਨੇ ਬਹੁਤੇ ਉਹ ਚੋਂ ਆ ਰਹੇ ਨੇ ਫਾਰਸੀ ਚੋਂ ਜਾਂ ਅਰਬੀ ਚੋਂ ਤੇ ਅਸੀਂ ਇਹਦੀ ਰਹਾਉ ਹੈ ਬਾਬਾ ਹੈ ਭਾਈ ਉਹ ਮੇਰੇ ਪਿਆਰਿਆ ਜਦੋਂ ਹੈ ਭਾਈ ਹੈ ਤੇ ਸੰਗਤੀ ਥੋੜਾ ਜਿਹਾ ਡੀਪ ਜਾ ਰਿਹਾ ਜਦੋਂ ਸੰਗਤੀ ਤੌਰ ਤੇ ਕਰਨਾ ਹੈ ਤੇ ਅਸੀਂ ਹੁਣ ਅਸੀਂ ਸੰਗਤੀ ਤੌਰ ਤੇ ਗੱਲ ਕਰ ਰਹੇ ਹਾਂ ਤੇ ਅਸੀਂ ਕਹਾਂਗੇ ਮੈਂ ਸਾਰਿਆਂ ਨੂੰ ਕਹਿ ਸਕਦਾ ਹੈ ਭਾਈ ਇਹ ਮੇਰੇ ਭੈਣੋ ਇਹ ਮੇਰੇ ਭਰਾਵੋ ਸਤ ਸੰਗੀਓ ਪਰ ਜਦੋਂ ਮੈਂ ਇਕੱਲਾ ਪੜ੍ਹ ਰਿਹਾ ਫੇਰ ਕੌਣ ਹੋਏਗਾ ਬਾਬਾ ਫਿਰ ਮੇਰੇ ਸਤ ਸੰਗੀ ਮੇਰੇ ਆਪਣੇ ਇੰਦਰੇ ਨੇ ਖਿਆਲ ਰੱਖ ਸੋ ਬਾਬਾ ਅੱਲਾਹ ਮੈਂ ਹਾਹਾ ਮੇਰੇ ਕੋਲੋਂ ਸਟ੍ਰੈਸ ਦੇ ਨਾਲ ਨਿਕਲ ਰਿਹਾ ਵਿਚ ਇਜ਼ ਰੋਂਗ ਬਾਬਾ ਅੱਲਾਹ ਅਗਮ ਅਪਾਰ ਹਲਕਾ ਜਿਹਾ ਹਾਹਾ ਇਹਦੇ ਚ ਸੋ ਅਗਮ ਗਮਿਆ ਨਾ ਜਾ ਸਕੇ ਗਮ ਤੇ ਐੜਾ ਨੇਗੇਟ ਅਗਮ ਜਿਹੜਾ ਗਮਿਆ ਨਾ ਜਾ ਸਕੇ ਭਾਵ ਜਿੱਥੇ ਤੱਕ ਪਹੁੰਚ ਨਾ ਹੋਵੇ ਤੇ ਅਪਾਰ ਅਸੀਮ ਜਿਹਦਾ ਪਾਰ ਭਾਵ ਹੱਦ ਨਾ ਸਮਝੀ ਜਾ ਸਕੇ ਉਹ ਪਿਆਰਿਆ ਰੱਬ ਜੀ ਜਿਹੜੇ ਨੇ ਨਾ ਉਹਨਾਂ ਤੱਕ ਕਿਸੇ ਦੀ ਰਸਾਈ ਨਹੀਂ ਹੈਗੀ ਉਹਨਾਂ ਨੂੰ ਕੋਈ ਜਾਣ ਨਹੀਂ ਸਕਦਾ ਵੱਡੇ ਮੇਰੇ ਸਾਹਿਬਾ ਗਿਆ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਸੇਮ ਅਸੀਂ ਕਿਉਂਕਿ ਪੜ੍ਹ ਕੇ ਆਏ ਹਾਂ ਤੇ ਇਹ ਸ਼ਬਦ ਅਸ਼ਟਪਦੀਆਂ ਪਹਿਲੇ ਹੀ ਸ਼ੁਰੂ ਹੋ ਰਿਹਾ ਅਸੀਂ 53 ਅੰਕ ਤੱਕ ਅਸੀਂ ਕਰਕੇ ਆਏ ਸਾਂ ਸਹਿਜ ਪਾਠ ਵਰਚੁਅਲ ਗੁਰਦੁਆਰੇ ਤੇ ਅਸੀਂ ਕਿਹਾ ਵੀ ਚਲੋ ਇੱਥੋਂ ਸ਼ੁਰੂ ਕਰ ਲਈਏ and just FYI here and after we gonna start Guru Nanak's Bani not in a sequence ਕਈ ਜਿਹੜੇ ਸ਼ਬਦ ਮੇਰੀ ਤੁਛ ਅਕਲ ਦੇ ਵਿੱਚ ਮੈਨੂੰ ਲੱਗੇ ਕਿ ਮੈਂ ਇਹਦੇ ਅਰਥ ਕਰ ਸਕਦਾ ਆਪਾਂ ਉਹਨਾਂ ਦੀ ਗੱਲ ਕਰਾਂਗੇ ਤੇ ਜਿਹੜੇ ਔਖੇ ਹੋਣਗੇ ਉਹ ਆਪਾਂ ਸ਼ਾਇਦ ਇਗਨੋਰ ਕਰ ਦਿਆਂਗੇ ਤੇ ਫਿਰ ਉਹਨੂੰ ਤੁਸੀਂ ਬਾਅਦ ਚ ਦੇਖ ਸਕਦੇ ਹੋ ਪਰ ਵੀ ਆਰ ਸਟਾਰਟਿੰਗ ਵਿਦ ਸ੍ਰੀ ਰਾਗ ਬਾਬਾ ਅੱਲਾਹ ਅਗਮ ਅਪਾਰ ਮਾਲਕ ਇਹੋ ਜਿਹਾ ਹੈ ਜਿਹਦੇ ਤੱਕ ਮੇਰੀ ਰਸਾਈ ਨਹੀਂ ਹੈ ਮੇਰੀ ਪਹੁੰਚ ਨਹੀਂ ਹੈ ਉਹਦੇ ਹੱਦ ਬਣਾ ਮੇਰੀ ਸਮਝ ਤੋਂ ਬਾਹਰ ਹੈ ਪਿਆਰਿਆ ਪਾਕੀ ਨਾਈ ਪਾਕ ਥਾਏ ਸੱਚਾ ਪਰਵਤਗਾਰ ਹੁਣ ਨਾਈ ਜਿਹੜਾ ਜੇ ਤੁਸੀਂ ਉਹਨੂੰ ਪੜ੍ਹੋ ਈਸ਼ਰ ਮਾਈਕਰੋ ਨੂੰ ਤੇ ਉਹਦੇ ਚ ਬੜਾ ਉਹਨੇ ਸ਼ੁਕਰ ਹੈ ਕਈ ਗੱਲਾਂ ਬੜੀਆਂ ਚੰਗੀਆਂ ਕਰ ਦਿੰਦੇ ਆ ਕਿ ਇਹਦਾ ਅਰਥ ਹੈ ਵਡਿਆਈ ਤੇ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਈ ਦਾ ਮੈਂ ਨਾ ਵਡਿਆਈ ਤੇ ਇਹਦਾ ਜਿਹੜਾ ਡਿਰੀਵੇਸ਼ਨ ਹੈ ਉਹ ਅਰਬੀ ਲਫ਼ਜ਼ ਸਨਾ ਤੋਂ ਹੈ ਇਹਦੇ ਪੰਜਾਬੀ ਦੇ ਵਿੱਚ ਦੋ ਰੂਪ ਨੇ ਇੱਕ ਅਸਨਾਈ ਤੇ ਇੱਕ ਨਾਈ ਕਿਉਂਕਿ ਸੰਸਕ੍ਰਿਤ ਦੇ ਵਿੱਚ ਸਥਾਨ ਇੱਕ ਲਫ਼ਜ਼ ਹੈ ਤੇ ਉਹਦੇ ਪੰਜਾਬੀ ਦੇ ਦੋ ਰੂਪ ਨੇ ਅਸਥਾਨ ਤੇ ਇੱਕ ਸਥਾਨ ਇੱਕ ਥਾਨ ਜਾਂ ਪਹਿਲਾ ਲਫ਼ਜ਼ ਉਡਾ ਦਿੰਦੇ ਨੇ ਤੇ ਜਾਂ ਸੱਸੇ ਦੇ ਨਾਲ ਜੋ ਪਹਿਲੇ ਲਫ਼ਜ਼ ਦੇ ਨਾਲ ਐੜਾ ਲਾ ਦਿੰਦੇ ਨੇ ਇਟ ਮੀਨਸ ਦ ਸੇਮ ਇੱਥੇ ਆ ਜਿਹੜਾ ਉਹ ਨੈਗੇਟਿਵਿਟੀ ਨਹੀਂ ਹੈ ਸੋ ਬਾਕੀ ਨਾਈ ਪਾਕ ਥਾਏ ਸੱਚਾ ਪਰਵਤਗਾਰ
ਉਹਦੀ ਵਡਿਆਈ, ਉਹਦੀ ਉਸਤਤ ਬੜੀ ਪਵੇ। ਕੁਦਰਤ ਕਵਣ ਕਹਾ ਵਿਚਾਰ, ਤੇਰੀ ਕੁਦਰਤ ਮੇਰੀ ਕੀ ਪਾਇਆ ਹੈ ਕਿ ਮੈਂ ਤੇਰੀ ਵਡਿਆਈ ਕਹਿ ਸਕਾਂ। ਜੇ ਹਾਂ ਜਾਣਾ ਆਖਾਂ ਨਾ ਵੱਡੇ ਮੇਰੇ ਸਾਹਿਬਾ, ਸਾਰੇ ਅਸੀਂ ਰੈਪੀਟੇਟਿਵ ਗੱਲ ਕੀਤੀ ਹੋਈ ਹੈ। ਉਹ ਪਵਿੱਤਰ ਸਥਾਨ ਹੁਣ ਮੈਂ ਕਿਵੇਂ ਦੱਸਾਂ ਕਿ ਜਿੱਥੇ ਵਸੇ, ਇੱਥੇ ਚਾਹੇਗਾ ਅੱਗੇ ਕਿ ਸੋ ਦਰ ਕਿਹਾ ਤੇ ਸੋ ਦਰ ਕਿਹਾ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲ। ਤੇਰੀ ਥਾਂ ਕਿਹੜੀ ਹੈ, ਤੂੰ ਰਹਿੰਦਾ ਕਿੱਥੇ ਹੈ, ਤੇ ਤੇਰੀ ਵਡਿਆਈ, ਤੇਰੀ ਉਸਤਤ ਕਿੱਦਾਂ ਦੀ ਮੈਂ ਕਵਾਂ। ਉਹ ਕਹਿੰਦਾ ਨਾ, ਹਾਂ ਕਿਆ ਸਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ ਕਿਵੇਂ ਕਵਾਂ। ਤੇ ਤੂੰ, ਬਾਟਮ ਲਾਈਨ ਇਜ਼ ਸੱਚਾ ਪਰਵਤਗਾਰ, ਤੂੰ ਮਾਲਕ ਹੈ ਸਾਰਿਆਂ ਦਾ ਪਾਲਣ ਵਾਲਾ ਹੈ, ਬਾਬਾ ਅੱਲਾ ਅਗਮਪਾਰ। ਹੁਣ ਇੱਥੋਂ ਸ਼ੁਰੂ ਕਰਦੇ ਨੇ, and it is relating to our last ਜਪਜੀ ਦੇ ਜਿਹੜੇ ਅਸੀਂ ਕਰਕੇ ਆ ਰਹੇ ਹਾਂ ਪੌੜੀਆਂ, ਉਹਨਾਂ ਦੇ ਲਾਸਟ ਜਿਹੜੇ ਕਨਕਲੂਡਿੰਗ ਕੁਦਰਤ ਕਵਣ ਕਹਾ ਵਿਚਾਰ ਵਾਲੇ। ਆਂਖ ਆਂਖ ਮਨ ਵਾਵਣਾ, ਜਿਉਂ ਜਿਉਂ ਜਾਪੈ ਵਾਏ। ਵਾਵਣਾ ਦਾ ਮੈਨਾ ਖੱਜਲ ਕਰਨਾ, ਖੁਆਰ ਹੋਣਾ, ਖੱਪ ਜਾਣਾ। ਇਨ ਅਦਰ ਵਰਡਸ ਕਿ ਜਦੋਂ ਉਹ ਐਵੇਂ ਹਿਲਦੇ, ਮਤਲਬ ਹੁਣ ਇੱਥੇ ਅੰਗਰੇਜ਼ੀ ਦੇ ਵਿੱਚ ਵਾਈਬਰੇਟ ਕਹਿਤਾ ਉਹਨੇ, ਟੋਟਲੀ ਆਊਟ ਆਫ ਦੀ ਵੈਕ। ਸੋ ਐਵੇਂ ਮੈਂ ਹੁਣੇ ਦੇਖਿਆ, ਤੇ ਸਾਡੇ ਚ ਕਈ ਹੈਗੇ ਨੇ ਜਿਹੜੇ ਅੰਗਰੇਜ਼ੀ ਚ ਪੜ੍ਹ ਕੇ ਰਾਜੀ ਹੁੰਦੇ ਨੇ। ਸੋ ਕੋਸ਼ਿਸ਼ ਅਸੀਂ ਇਹ ਕਰਿਆ ਕਰੀਏ ਕਿ ਅਸੀਂ ਆਪਣੇ ਮਾਲਕ ਦੀ ਓਟ ਲੈ ਕੇ ਜੋ ਮੈਨੂੰ ਸਮਝ ਆਵੇ ਉਹ ਅਰਥ ਕਰੀਏ, ਨਾਟ ਵਿਦ ਸਟੈਂਡਿੰਗ ਕਿਸੇ ਨੂੰ ਠੀਕ ਲੱਗਦੇ ਨੇ ਕਿ ਨਹੀਂ। ਆਖ ਆਖ ਮਨਵਾਵਣਾ, ਜਿਉਂ ਜਿਉਂ ਜਾਪੈ ਵਾਏ। ਕਹਿੰਦੇ ਵੀ ਜੇ ਮੈਂ ਤੇਰੀ ਉਸਤਤ, ਤੇਰੇ ਗੁਣ ਮੈਂ ਬੋਲਾਂ ਤੇ ਐਂ ਲੱਗਦਾ ਕਿ ਮੈਂ ਖੱਪਿਆ ਹੀ ਹਾਂ, ਖੱਪ ਖਾਨਾ ਹੀ ਪਾਇਆ, ਭਾਵ ਇਨਵੇਨ, ਫਿਊਟਾਈਲ। ਪਰ ਜੇ ਤੂੰ ਮੈਨੂੰ ਸਮਝ ਦੇ ਦੇਵੇਂ, ਅੱਲਾ ਅਗਮ ਅਪਾਰ ਬਾਕੀ ਨਾਈ, ਤੇ ਫਿਰ ਮੈਂ ਸ਼ਾਇਦ ਆਪਣੀ ਫੀਲਿੰਗਸ ਨੂੰ ਐਕਸਪ੍ਰੈਸ ਕਰ ਸਕਾਂ। ਇਹੀ ਜਿਹੜੀ ਗੱਲ ਆਪਾਂ ਪਹਿਲੇ ਪੜ੍ਹੀ ਸੀ ਕਿ ਰੋਗ ਗਿਆ ਪ੍ਰਭ ਆਪ ਗਵਾਇਆ। I have to try, but under the domain of oneness, not I-ness. ਤੇ ਜਿਸ ਨੂੰ ਵਾਏ ਸੁਣਾਈ ਹੈ, ਜਿਹਨੂੰ ਮੈਂ ਆਖ ਕੇ ਸੁਣਾਣਾ ਹੈ ਭਈ ਇਹਦੇ ਰੱਬ ਜੀ ਦੇ ਇਹ ਗੁਣ ਨੇ ਤੇ ਤੇਰੇ ਇਹ ਗੁਣ ਨੇ ਪਾਤਸ਼ਾਹ, ਸੋ ਕੇਵਡ ਕਿਤ ਥਾਂ। ਹੁਣ ਮੈਂ ਬੰਦਿਆਂ ਨੂੰ ਤੇ ਸੁਣਾ ਸਕਦਾ, ਪਰ ਜਦੋਂ ਮੈਂ ਤੇਰੇ ਗੁਣਾਂ ਨੂੰ ਸੁਣਾਣਾ ਹੈ ਤੇ ਕੀ ਮੈਂ ਬੰਦਿਆਂ ਨੂੰ ਸੁਣਾਣਾ ਹੈ ਕਿ ਤੈਨੂੰ ਸੁਣਾਣਾ ਹੈ? ਤੂੰ ਕਿੰਨਾ ਵੱਡਾ ਹੈ, ਤੂੰ ਕਿੱਥੇ ਹੈ, ਮੈਨੂੰ ਨਹੀਂ ਪਤਾ। ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ। ਹੁਣ ਜਿੰਨੇ ਵੀ ਨੇ ਕਹਿਣ ਵਾਲੇ ਲੋਕਾਂ ਨੇ ਤੇਰੀਆਂ ਗੱਲਾਂ ਕਹੀਆਂ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਜਿੰਨੇ ਵੀ ਬਿਆਨ ਤੈਨੂੰ ਦੱਸਣ ਵਾਲੇ ਨੇ, ਤੇਰੀ ਤਾਰੀਫ ਕਰਨ ਵਾਲੇ ਨੇ, ਉਹ ਆਖ ਰਹੇ ਲੇਵਲ, ਉਹ ਧਿਆਨ ਕਰਕੇ ਵੀ ਇਹ ਸਾਰੀਆਂ ਪੌੜੀਆਂ ਜਿਹੜੀਆਂ ਆਪਾਂ ਪੜ੍ਹ ਕੇ ਆਏ ਆ ਨਾ, ਪੰਚ ਦੀਆਂ ਤੇ ਪੰਚਾ ਕਾ ਗੁਰੇ, ਜੇ ਕੋ ਕਹੈ ਕਰੈ ਵਿਚਾਰ, ਇਹ ਉਹਦੀ ਅਗੇਨ ਪੁਸ਼ਟੀ ਕਰਦੀਆਂ। ਤੇ ਸਭ ਆਖ ਰਹੇ ਲਿਵਲਾਏ, ਬਾਬਾ ਅੱਲਾ ਅਗਮ ਅਪਾਰ, ਬਾਕੀ ਨਾ ਹੀ ਪਾਕ ਥਾਏ, ਸੱਚਾ ਪਰਵਤਗਾਰ ਰਹਾਓ। ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣਾ ਕੋਈ। How can I write? ਮੈਂ ਤੇਰਾ ਹੁਕਮ ਕੀ ਹੈ, ਜੇ ਮੈਂ ਉਹਨੂੰ ਬਿਆਨ ਕਰਨ ਲੱਗਾ, it's not possible। ਫਿਰ ਕੇਤੜਾ, ਹੁਕਮ ਦਾ ਕੇਤੜਾ ਜਿਹੜਾ ਉਹ ਕਿਹੋ ਜਿਹਾ, ਕਿਹੜਾ, ਕਿੱਡਾ ਵੱਡਾ,
ਇਹ ਸਾਰੇ ਸਿਨੋਨਿਮਸ ਨੇ। ਜੇ 100 ਸ਼ਾਇਰ ਮੇਲੀ ਹੈ, ਇੱਕ ਸ਼ਾਇਰ ਦਾ ਮੈਨਾ ਦਰਿਆ ਹੁੰਦਾ ਤੇ ਇੱਥੇ ਕਵੀ ਹੈ। ਜੇ 100 ਇੱਥੇ ਹੁਣ ਪਰਮ ਜੀ ਜਿੱਦਾਂ ਆਪਾਂ 100 ਹੈ ਨਾ, ਜੇ ਇਹਨੂੰ ਅਸੀਂ ਪੜ੍ਹ ਲਈਏ 100 ਤੇ ਸਮਝਣ ਵਾਲੇ ਨੂੰ ਫਰਕ ਨਹੀਂ ਲੱਗੇਗਾ, ਕਿਉਂਕਿ ਅਸੀਂ ਕਹਿੰਦੇ ਹਾਂ 100, 99 ਤੇ 100, ਉਹ 100 ਦਾ ਜਿਹੜੇ ਸਪੈਲਿੰਗਸ ਨੇ ਉਹ ਕਨੌੜੇ ਦੇ ਨਾਲ, ਆ ਦੀ ਮਾਤਰਾ ਦੇ ਨਾਲ। ਪਰ ਇੱਥੇ 100 ਸ਼ਾਇਰ ਮੇਲੀ ਹੈ। ਜੇ ਇੰਨੇ ਸਾਰੇ ਸ਼ਾਇਰ ਜਿਹੜੇ ਨੇ ਇਕੱਠੇ ਹੋ ਜਾਣ, ਤਿਲ ਨਾ ਪੁਜਾਵੇਂ ਰੋਏ। ਅੱਛਾ, ਇੱਥੇ ਰੋਏ ਲਿਖਿਆ, ਦੇਖੋ ਮਤਲਬ ਕਿ ਕਿਸੇ ਦਾ ਕਹਿਣਾ ਜਿਹੜਾ ਰੱਬ ਦੀ ਉਸਤਤ ਕਰਨਾ, ਉਹ ਇੱਕ ਮਤਲਬ ਕਹਿ ਕੇ ਤੇ ਫਿਰ ਪਛਤਾਣਾ ਕਿ ਮੈਂ ਕੁਝ ਨਹੀਂ ਕਹਿ ਸਕਿਆ, ਰੋਣ ਦੇ ਬਰਾਬਰ ਹੈ ਨਾ। ਤੇ ਇਸ ਤਰ੍ਹਾਂ ਪਾਤਸ਼ਾਹ ਐਕਸਪ੍ਰੈਸ ਕਰ ਰਹੇ ਨੇ, ਇੱਕ ਤਿਲ ਨਾ ਪੁਜਾਵੇਂ, ਉਹ ਰੋ ਕੇ ਏਦਾਂ, not ਰੋਣਾ, not literally meaning, ਪਰ implicative meaning ਕਿ ਉਹ ਕਹਿ ਕੇ ਤਿਲ ਨਾ ਪੁਜਾਵੇਂ ਰੋਏ, ਉਹ ਐਕਸਪਲੇਨ ਕਰ ਕਰਕੇ ਵੀ ਕਿਧਰੇ ਨਹੀਂ ਪਹੁੰਚਣਗੇ। ਤੇ ਕੀਮਤ ਕਿਨੇ ਨਾ ਪਾਈਆ, ਸਭ ਸੁਣ ਸੁਣ ਆਖੇ ਸੋਏ। ਬਾਟਮ ਲਾਈਨ, ਤੀਸਰੀ ਲਾਈਨ ਕਨਕਲੂਡਿੰਗ ਹੈ, ਜਦੋਂ ਵੀ ਤਿਤੁਕੇ ਹੁੰਦੇ ਨੇ ਅਸ਼ਟਪਦੀਆਂ ਚ ਜਾਂ ਕਿਧਰੇ ਵੀ ਤਿਤੁਕੇ, ਕਿਸੇ ਪੀਰ ਜੀਵ ਨੇ ਤੇਰਾ ਤੇ ਕੀਮਤ ਕਿਨੇ ਨਾ ਪਾਈਆ, no one can evaluate you, ਸਭ ਸੁਣ ਸੁਣ ਆਖੇ ਸੋਏ। ਮਜ਼ੇ ਦੀ ਗੱਲ ਹੈ ਕਿ ਸਾਰਿਆਂ ਨੇ ਸੁਣ ਵੱਡਾ ਆਖਿਆ ਸਭ ਕੁਝ, ਕਿਸੇ ਨੂੰ ਨਹੀਂ ਪਤਾ ਤੂੰ ਕਿੱਡਾ ਵੱਡਾ ਹੈ, ਪਰ ਸਾਰਿਆਂ ਨੇ ਸੁਣ ਕੇ ਲੋਕਾਂ ਕੋਲੋਂ ਸੁਣ ਲਿਆ ਤੇ ਅੱਗੇ ਕਹਿਤਾ। ਮਹਿਸੂਸੀਅਤ ਕਿਸੇ ਨੇ ਕੀਤੀ ਹੀ ਨਹੀਂ, ਸੁਣ ਵੱਡਾ ਆਖਿਆ ਸਭ ਕੋਈ, ਸੁਣ ਕੇ ਅਸੀਂ ਉਹਨੂੰ ਪੜ ਜਾਂਦੇ ਹਾਂ ਸੁਣ ਵੱਡਾ, ਉਹ ਪਤਾ ਹੀ ਨਹੀਂ ਲੱਗਦਾ ਕੀ ਗੱਲ ਹੈ। ਸੁਣ ਵੱਡਾ ਆਖਿਆ ਸਭ ਕੋਈ, ਕੇ ਵੱਡਾ ਢੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਿੱਦਾਂ ਬਾਣੀ ਇਕਸਾਰ ਜਿਹੀ ਲੱਗਦੀ ਏ ਜਦੋਂ ਅਸੀਂ ਉਹ ਪਹਿਲੇ 13 ਅੰਕ ਜਿਹੜੇ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖੀਏ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਵਾਡੇ ਮੇਰੇ ਸਾਹਿਬ ਬਾਬਾ ਲਾਗੋਂ ਪਾਰ, ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕਿ ਵਰਚੀ। ਲਫ਼ਜ਼ਾਂ ਦਾ ਫਰਕ ਹੈ, ਸੇਮ ਪਾਤਸ਼ਾਹ ਸੇਮ ਥਾਟ ਦੇ ਨਾਲ ਅੰਡਰਲਾਈਨ ਥਾਟ, ਪਰ ਲਫ਼ਜ਼ ਚੇਂਜ ਨੇ। ਕੀਮਤ ਕਿਨੇ ਨਾ ਪਾਈਆ, ਸਭ ਸੁਣ ਸੁਣ ਆਖੇ ਸੋਏ। ਪੀਰ ਪੈਕਾਮਰ ਸਾਲਕ ਸਾਦਕ, ਇੱਥੇ ਸੁਹਦੇ ਲਿਖਿਆ ਹੈ, ਇਹ ਸ਼ੋਧੇ ਲਫ਼ਜ਼ ਹੈ। ਸ਼ੋਧੇ ਕਹਿੰਦੇ ਨੇ ਜਿਹਨੂੰ ਪਿਆਰ ਦੇ ਨਾਲ ਭਈ ਜਿਹੜਾ ਮਸਤ ਮਲੰਗ ਹੈ, ਜਿਹੜਾ ਰਿਟਾਰਡਡ ਹੁੰਦਾ ਉਹਨੂੰ ਵੀ ਸ਼ੋਧਾ ਕਹਿੰਦੇ ਨੇ। ਇਹ ਸ਼ੋਧੇ ਇੱਕ ਸੈਗਮੈਂਟ ਹੈਗੀ ਹੈ, ਪ੍ਰੋਵਿੰਸ ਹੈਗਾ ਜਿੱਥੇ ਸ਼ੋਧਾ ਅਕਸਰ ਲਫ਼ਜ਼ ਵਰਤਿਆ ਜਾਂਦਾ, ਲਹਿੰਦੀ ਭਾਸ਼ਾ ਵਿੱਚ ਖਾਸ ਤੌਰ ਤੇ। ਪੀਰ ਪੈਗੰਬਰ, ਪੀਰ means ਪੈਗੰਬਰ means we know, ਸਾਲਕ ਜਿਹੜੇ ਗਾਈਡਸ ਹੁੰਦੇ ਨੇ, ਤੇ ਸਾਦਿਕ ਬੜੇ ਬੜੇ ਸਿੱਧਕ ਵਾਲੇ ਜਿਹੜੇ ਕਹਿੰਦੇ ਨੇ ਜੀ ਮੈਂ ਬੜਾ ਸਿੱਧਕ ਹੈ, ਸਾਨੂੰ ਬੜਾ ਭਰੋਸਾ ਹੈ। ਸ਼ੋਧੇ ਔਰ ਸ਼ਹੀਦ, ਹੁਣ ਇੱਥੇ ਸ਼ਹੀਦ ਜਿਹੜਾ ਲਫ਼ਜ਼ ਹੈ, ਮਤਲਬ ਪਤਾ ਨਹੀਂ ਕਿਉਂ ਇਸ ਸ਼ਬਦ ਚ ਮੈਂ ਲਫ਼ਜ਼ਾਂ ਚ ਕਿਉਂ ਜਾ ਰਿਹਾ, ਪਰ ਬੇਸਿਕਲੀ ਹੁਣ ਸ਼ਹੀਦ ਕਹਿੰਦੇ ਨੇ ਜਿਹੜਾ ਜੰਗ ਦੇ ਵਿੱਚ ਸ਼ਹੀਦ ਹੁੰਦਾ ਹੈ, ਪਰ ਇੱਥੇ ਕੌਣ ਨੇ, ਇੱਥੇ ਸ਼ਹੀਦ ਕੌਣ ਹੋ ਸਕਦਾ? ਸ਼ਾਇਦ ਉਹ ਜਿਹੜੇ ਆਪਣੇ ਆਪੇ ਨਾਲ ਬੜਾ ਲੜ ਲੈਂਦੇ ਨੇ ਤੇ ਸਮਝਦੇ ਨੇ ਕਿ ਅਸੀਂ ਬੜੇ ਤਕੜੇ 30 ਮਾਰਖਾਂ ਹੋ ਗਏ, ਸ਼ਾਇਦ ਲੜ ਕੇ ਆਪਣੇ ਆਪ ਨਾਲ। ਤੇ ਪਰ ਕਹਿੰਦੇ ਸਾਰੇ ਸ਼ੇਖ ਮਸਾਇਕ ਕਾਜ਼ੀ ਮੁੱਲਾ ਦਰ ਦਰਵੇਸ਼ ਰਸੀਦ, ਰਸੀਦ ਵੀ ਹੁੰਦਾ, ਮਤਲਬ ਜਿਹੜੇ ਪਹੁੰਚੇ ਹੋਏ ਸਾਰੇ। ਇਹ ਗੱਲ ਕੀ ਕਿ ਇਹ ਸਾਰੀਆਂ ਹਸਤੀਆਂ ਜਿਹੜੀਆਂ, ਅਸੀਂ ਤੇ ਕੀੜੇ ਆ ਨਾ,
ਪਰ ਜਿਹੜੇ ਆਪਣੇ ਆਪ ਨੂੰ ਇੰਨਾ ਸਮਝਦੇ ਪਏ ਨੇ, ਸ਼ੇਖ, ਮਸਾਇਕ, ਕਾਜ਼ੀ, ਮੁੱਲਾ, ਦਰ, ਦਰਵੇਸ਼, ਰਸੀਦ, ਇਹ ਸਾਰੇ ਜਿਹੜੇ ਨੇ ਲੋਕ, ਇਹ ਤੇਰੀ ਤੇਰੀ ਬਰਕਤ ਤਿੰਨ ਕਉ ਅਗਲੀ ਪੜ੍ਹਦੇ ਰਹਿਣ ਦਰੂਦ। ਪਰ ਇਹ ਦਰੂਦ ਹੁੰਦਾ ਹੈ ਉਹ ਕਲਮਾ ਜਿਹੜਾ ਨਮਾਜ਼ ਤੋਂ ਬਾਅਦ ਪੜ੍ਹੇ, ਜਿਸ ਤਰ੍ਹਾਂ ਅਸੀਂ ਕੀਰਤਨ ਤੋਂ ਬਾਅਦ ਜਾਂ ਆਨੰਦ ਸਾਹਿਬ ਪੜ੍ਹਦੇ ਹਾਂ ਜਾਂ ਕਨਕਲੂਡ ਕਰਨ ਦੇ ਲਈ। ਤੇ ਕਹਿੰਦੇ ਵੀ ਉਹਨਾਂ ਨੂੰ ਤੇਰਾ ਕਿਸੇ ਨੇ ਵੀ ਅੰਤ ਨਹੀਂ। ਇਹ ਸਾਰੇ ਸ਼ੇਖ, ਮਸਾਇਕ, ਕਾਜ਼ੀ, ਇਹ ਸਾਰੇ ਸ਼ਹੀਦ, ਇਹਨਾਂ ਨੇ ਤੇਰੀ ਹੱਦ ਬੰਨਾ ਨਹੀਂ ਲੱਭਿਆ। ਬਾਬਾ ਲਾਗਮ ਪਾ ਰਹੀ ਹੈ ਤੂੰ, ਪੜ੍ਹਦੇ ਰਹਿਣ ਦਰੂਦ। ਭਾਵੇਂ ਇਹ ਪੜ੍ਹ ਪੜ੍ਹ ਕੇ ਕੁਰਾਨ ਵੀ ਇਹਨਾਂ ਨੇ ਪੜ੍ਹ ਲਿਆ, ਭਾਵ ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਲਿਆ, ਹਫ਼ਤੇ 'ਚ ਭੋਗ ਵੀ ਪਾ ਲਿਆ, 2 ਹਫ਼ਤਿਆਂ 'ਚ ਭੋਗ ਵੀ ਪਾ ਲਿਆ। ਅਸੀਂ ਆਪਣੇ ਤੇ ਅਪਲਾਈ ਕਰੀਏ ਨਾ, ਇਹ ਥੋੜੀ ਕਿ ਮੁਸਲਮਾਨਾਂ ਦੀ ਗੱਲ ਹੋ ਰਹੀ ਹੈ। ਪਰ ਕਿਸੇ ਨੇ ਵੀ ਤੇਰਾ ਅੰਤ ਨਾ, ਉਹ ਹੈ ਨਾ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗਿਆ, ਤੇਰਾ ਅੰਤ ਨਾ ਪਾਇਆ ਸੁਰਗ ਮੱਚ ਪਿਆਲ ਦਿਓ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲੇਵੇ ਦੇ। ਹੁਣ ਤੇਰੀ ਫਿਤਰਤ ਹੈ ਕਿ ਤੂੰ ਨਾ ਤੇ ਬਣਾਉਣ ਲੱਗਿਆ ਕਿਸੇ ਨੂੰ ਪੁੱਛਦਾ, ਨਾ ਦੇ ਲੈਸੇ ਜਿੰਦ ਕਵਾਓ। ਤੂੰ ਮਿੰਟ ਦੇ ਵਿੱਚ, ਕਵਾਓ ਦੇ ਵਿੱਚ, ਇੱਕ ਇਸ਼ਾਰੇ ਦੇ ਵਿੱਚ, ਫ੍ਰੈਕਸ਼ਨ ਆਫ ਦਾ ਸੈਕਿੰਡ ਦੇ ਵਿੱਚ ਤੂੰ ਜਿੰਦ ਲੈ ਲੈਣਾ, ਤੂੰ ਦੇ ਵੀ ਦੇਣਾ। ਪੁੱਛ ਨਾ ਦੇ ਵੇਲੇ ਨਾ ਤੂੰ ਕਿਸੇ ਨੂੰ ਪੁੱਛਦਾ। ਸੋ ਗੱਲ ਕੀ ਕਿ ਤੂੰ ਆਪਣੀ ਮਰਜ਼ੀ ਦਾ ਆਪ ਮਾਲਕ ਹੈ, ਭਾਵ ਤੂੰ ਆਪ ਇੰਨਾ ਵੱਡਾ ਹੈ, ਸੈਲਫ ਡਿਸਾਈਸਿਵ ਹੈ। You don't have to seek anyone's guidance. You don't have to seek anyone's permission. ਆਪਣੀ ਕੁਦਰਤ ਆਪੇ ਜਾਣੇ, ਆਪੇ ਕਰਨ ਕਰੇ। ਹੁਣ ਤੂੰ ਆਪ ਹੀ, ਤੇਰੀ ਕੁਦਰਤ ਹੈ ਸਾਰੀ, ਆਪ ਤੂੰ ਜਾਣਦਾ ਹੈ ਤੇ ਆਪ ਹੀ ਜਗਤ ਰਚਨਾ ਰਚਦਾ ਹੈ। ਹੁਣ ਇਹ ਕਿਉਂ ਕਹਿਣਾ ਚਾਹ ਰਹੇ ਨੇ ਵੀ ਨਾਲੇ ਤੇ ਤੇਰਾ ਕੋਈ ਅੰਤ ਪਾ ਨਹੀਂ ਸਕਦਾ, ਇਸੇ ਕਰਕੇ ਨਹੀਂ ਪਾ ਸਕਦਾ ਕਿ ਤੂੰ ਹੈ ਹੀ ਇਕੱਲਾ, ਦੋ ਹੈ ਹੀ ਨਹੀਂ ਗੇ ਕਿ ਕਿਸੇ ਤੋਂ ਕਿਸੇ ਨੂੰ ਜ਼ਿਆਦਾ ਸਮਝ ਹੋਵੇ। ਸਭਨਾ ਵੇਖਿਆ ਨਦਰ ਘਰ ਜੈ ਭਾਵੈ ਤੈ ਦੇ। ਪਰ ਤੇਰਾ ਇਹ ਸਿਸਟਮ ਹੈ ਕਿ ਤੂੰ ਸਾਰਿਆਂ ਤੇ ਮਿਹਰਬਾਨੀ ਕਰਦਾ ਹੈ ਤੇ ਜੈ ਭਾਵੇ ਤੈ ਦੇ। ਹੁਣ ਇੱਥੇ ਜਿਹਨੂੰ ਕੀ ਚੰਗਾ ਲੱਗਦਾ ਉਹਨੂੰ ਤੂੰ ਦਿੰਦਾ। ਕੀ ਚੰਗਾ ਲੱਗਦਾ? ਜੇ ਮੈਂ ਇਹ ਕਵਾਂ ਕਿ ਜਿਹੜਾ ਤੈਨੂੰ ਚੰਗਾ ਲੱਗਦਾ ਉਹਨੂੰ ਦਿੰਦਾ, ਤੇ ਕਨਸੈਪਟ ਤੋਂ ਮੈਂ ਦੂਰ ਚਲਾ ਜਾਣਾ, ਕਿਉਂਕਿ ਫਿਰ ਮੈਂ ਚਲ ਠੀਕ ਹੈ, ਜਦੋਂ ਚੰਗਾ ਲੱਗਾਂਗਾ ਉਦੋਂ ਮੈਨੂੰ ਦੇ ਦੇਗਾ। ਤੇ ਜੇ ਮੈਂ ਤੇਰੇ ਰਾਹ ਤੇ ਤੁਰਦਾ ਪਿਆ, ਡਿਫਰੈਂਸ, ਤੇ ਫਿਰ ਮੈਂ ਕੁਝ ਚਾਹਨਾ। ਇਟਸ ਜਸਟ ਲਾਈਕ ਕਿ ਮੈਂ ਮਾਂ ਦਾ ਬੜਾ ਫਰਮਾ ਬਰਦਾਰ ਪੁੱਤਰ ਹਾਂ, ਤੇ ਜੇ ਮੈਂ ਮਾਂ ਨੂੰ ਕਹਿੰਦੀ ਹਾਂ ਮੇਰਾ ਨੋਨਾ ਪੁੱਤਰ ਹੈ, ਇਹਨੂੰ ਮੈਂ ਦੇਵਾਂਗੀ, ਤੇ ਅਦਰਵਾਈਜ਼ ਮੈਂ ਰਿਸੀਵਿੰਗ ਐਂਡ ਤੇ ਆ, ਤੇਰੀ ਮਰਜ਼ੀ ਤੇ ਆ, ਜਦੋਂ ਤੂੰ ਮੈਨੂੰ ਦੇ ਦੇਗਾ ਮੈਂ ਲੈ ਲਾਂਗਾ। ਤੇ ਫਿਰ ਮੇਰਾ ਕਰਮ ਜਿਹੜਾ ਉਹ ਖਤਮ ਹੋ ਜਾਂਦਾ ਹੈ। ਇਟ ਕਮਸ ਅਗੇਨ ਐਂਡ ਅਗੇਨ। ਹਾਂਜੀ, ਅੱਜ ਇਹ ਵੀ ਗੱਲ ਆਈ ਸੀ ਕਰਮ ਦੀ। ਮੈਂ ਕਿਹਾ ਕਿਤੇ ਕਿਤੇ ਜਾਵਾਂਗੇ, ਵੀ ਸ਼ੁਡ ਸਟੇ ਹੇਅਰ। ਥਾਵਾਂ ਨਾਮ ਨਾ ਜਾਣੀਏ, ਨਾਵਾਂ ਕੇਵੜ ਨਾਮ। ਹੁਣ ਕਈ ਥਾਵਾਂ ਨੇ ਤੇਰੀਆਂ, ਅਸੰਖ ਨਾਮ, ਅਸੰਖ ਥਾਂ, ਅਗੰਮ ਅਗੰਮ ਅਸੰਖ ਲੋ। ਏਦਾਂ ਲੱਗਦਾ ਵੇ ਵੀ ਅਸੀਂ ਹਾਲੇ ਉਸੇ ਦੀ ਇਲਸਟ੍ਰੇਸ਼ਨ 'ਚ ਗੱਲ ਕਰ ਰਹੇ ਹਾਂ। ਐਂਡ ਟਰਸਟ ਮੀ, ਆਈ ਡਿਡਨਟ ਚੂਜ਼ ਇਟ ਟੂ ਬੀ ਪਰਟੀਕੂਲਰ। ਅਸ਼ਟਪਦੀਆਂ ਇੱਥੋਂ ਸ਼ੁਰੂ ਹੋ ਰਹੀਆਂ ਨੇ ਗੁਰੂ ਨਾਨਕ ਦੀਆਂ, ਤੇ ਵੀ ਹੈਵ ਸਟਾਰਟਡ ਇਟ। ਕਈ ਤੇਰੇ ਨਾਮ ਤੇਰੇ ਨੇ, ਥਾਮ ਤੇਰੇ, ਤੇ ਕਿਹੜਾ ਵੱਡਾ ਹੋ ਸਕਦਾ
ਤੇਰੇ ਸਾਰੇ ਵਡਿਆਈ ਹੈ ਨਾ, ਤੇਰੀ ਨਾਈ ਹੈ, ਤੇਰੀ ਵਡਿਆਈ ਚੋਂ ਕਿਹੜੀ ਕੋਈ ਖਾਸ ਵਡਿਆਈ ਵੱਡੀ ਤੇ ਕੋਈ ਨੋ, ਆਈ ਕੈਨ ਨਾਟ ਸੇ। ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਂ। ਇਹ ਵੱਡੀ ਕਮਾਲ ਹੈ ਭਈ, ਤੂੰ ਜਿੱਥੇ ਰਹਿਣਾ ਹੈ ਮੇਰੇ ਮਾਲਕਾ, ਉਹ ਕਿੱਡਾ ਕੁ ਵੱਡਾ ਹੋਏਗਾ, ਉਹ ਕਿੱਡਾ ਸੋਹਣਾ ਹੋਏਗਾ। ਸੋਦਰ ਕਿਹਾ ਸੋ ਕਰਕੇ, ਉਹ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਤੇ ਬੜੀ ਅਜਾਬਤ ਹੁੰਦੀ ਹੈ ਗੱਲ ਕਰਦੇ ਕਰਦੇ, ਮੈਨੂੰ ਸੋਚ ਆ ਜਾਂਦੀ ਹੈ ਕਿ ਤੂੰ ਤੇ ਸਾਰੀ ਕੁਦਰਤ ਵਿੱਚ ਬੈਠਾ, ਪੇੜ ਦੇ ਵਿੱਚ ਵੀ, ਪੰਛੀ ਦੇ ਵਿੱਚ ਵੀ, ਜਾਨਵਰ ਵਿੱਚ ਵੀ, ਬੰਦੇ ਵਿੱਚ ਵੀ, ਰਾਈਟ। ਪਰ ਮੈਂ ਹਮੇਸ਼ਾ ਨਤਮਸਤਕ ਗੁਰੂ ਗ੍ਰੰਥ ਅੱਗੇ ਹੁੰਨਾ। ਸੋਚਣ ਵਾਲੀ ਗੱਲ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸਾਰਾ ਸੰਸਾਰ ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ। ਵੇਖੇ ਹੈਗਾ ਕਰ ਕੁਦਰਤ ਪਾਸਾ ਢਾਲ ਜੀਓ। ਸੋ ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਂ। ਕਿਹੋ ਜਿਹਾ ਹੋ ਸਕਦਾ ਹੈ? ਅੰਬੜ ਕੋਏ ਨਾ ਸਕਈ ਹਾਂ, ਕਿਸ ਨੂੰ ਪੁੱਛਣ ਜਾ। ਅੰਬੜ ਮੀਨਸ ਰੀਚ, ਪਹੁੰਚ ਸਕਦਾ। ਕਿਸੇ ਨੂੰ ਮੈਂ ਪੁੱਛ ਨਹੀਂ ਸਕਦਾ ਕਿ ਮੇਰਾ ਮਾਲਕ ਕਿੱਥੇ ਰਹਿੰਦਾ ਹੈ। ਤੇਰਾ ਐਡਰੈਸ ਕਿਸੇ ਨੂੰ ਨਹੀਂ ਪਤਾ ਹੋ ਸਕਦਾ। ਦੈਟ ਮੀਨਸ ਕਿ ਜਿਹੜੇ ਵੀ ਚੋਲੇ ਵਾਲੇ ਸਾਈਂ ਲੋਕ, ਮਹਾਂਪੁਰਖ, ਬ੍ਰਹਮ ਗਿਆਨੀ, ਸੰਤ, ਮਹੰਤ ਕਹਿੰਦੇ ਜੀ ਕਿ ਸਾਨੂੰ ਪਤਾ ਹੈ, ਤੇ ਅਸੀਂ ਉਹਨਾਂ ਕੋਲ ਪੁੱਛਣ ਵੀ ਜਾਣਿਆ ਜੀ ਅਸੀਂ ਮਨ ਨੂੰ ਕਿਵੇਂ ਕਾਬੂ ਕਰੀਏ, ਅਸੀਂ ਕਿੱਦਾਂ ਰੱਬ ਨੂੰ ਲੱਭੀਏ। ਕਿੱਦਾਂ ਲੱਭ ਜੇ, ਸਾਨੂੰ ਕਿੱਦਾਂ ਦੱਸਣਗੇ? ਜੇ ਉਹ ਦੱਸ ਵੀ ਦੇਣ, ਉਹ ਤੇ ਦੱਸਣਗੇ ਆਫ ਕੋਰਸ, ਕਿਉਂਕਿ ਉਹਨਾਂ ਕੋਲੋਂ, ਉਹਨਾਂ ਨੇ ਸਾਡੇ ਕੋਲੋਂ ਸਾਡੀ ਜੇਬ ਢਿੱਲੀ ਕਰਾਣੀ। ਪਰ ਇਜ਼ ਦੈਟ ਰਾਈਟ? ਮਾਲਕ ਕਹਿੰਦਾ ਪਿਆ ਕਿ ਕੋਈ ਪਹੁੰਚ ਨਹੀਂ ਸਕਦਾ ਤੇਰੀ ਰੀਚ ਤੇ, ਕਿਸੇ ਕੋਲੋਂ ਪੁੱਛੀ ਨਹੀਂ ਜਾ ਸਕਦੀ। ਪੁੱਛਣਾ ਸਾਡੇ ਚ ਵੀ ਹੈਗਾ, ਪੁੱਛਣਾ ਹਿੰਦੂਇਜ਼ਮ ਚ ਵੀ ਹੈਗਾ, ਤੇ ਪੁੱਛਣਾ ਇਸਲਾਮ ਚ ਵੀ ਹੈਗਾ। ਇਸਲਾਮ ਚ ਬਹੁਤ ਜ਼ਿਆਦਾ ਐਂਡ ਹਿੰਦੂਇਜ਼ਮ ਬਹੁਤ ਜ਼ਿਆਦਾ। ਸੋ ਤੇਰਾ ਲੈਵਲ ਸਾਨੂੰ ਪਤਾ ਨਹੀਂ ਹੋ ਸਕਦਾ, ਤੇਰੀ ਅਵਸਥਾ ਕੀ, ਤੂੰ ਕਿੱਥੇ ਆ, ਤੇਰੇ ਵੇਅਰ ਅਬਾਊਟਸ ਕੀ ਨੇ, ਸਾਨੂੰ ਨਹੀਂ ਪਤਾ। ਵਰਨਾ ਭਾਵਨੀ, ਮੈਨੂੰ ਇੱਕ ਰਵਿੰਦਰਨਾਥ ਦੀ ਗੱਲ ਯਾਦ ਆਈ ਸੀਗੀ, ਰੱਬ ਦੀ ਵੇਅਰ ਅਬਾਊਟ ਸੀ। ਇਫ ਸਮਨ ਕੈਨ ਰਿਮੈਂਬਰ, ਤੇ ਅਸੀਂ ਬਾਅਦ ਚ ਉਹਦੀ ਗੱਲ ਕਰ ਸਕਦੇ। ਵਰਨਾ ਭਾਵਨੀ ਜੇ ਕਿਸੇ ਵੱਡਾ ਕਰੇ। ਹੁਣ ਇਹ ਵੀ ਬੜੀ ਵੱਡੀ ਗੱਲ ਹੈ ਕਿ ਜਿਹੜੀ ਪਰੰਪਰਾਵਾਦੀ ਅਰਥ ਨੇ, ਕਿ ਉਹ ਕਹਿੰਦੇ ਨੇ ਜਿਹੜੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਪਰਮਾਤਮਾ ਨੂੰ ਫਲਾਣੀ ਉੱਚੀ ਜਾਂ ਨੀਵੀਂ ਜਾਤ ਪਾਉਂਦੀ ਹੈ। ਇਹਦਾ ਮਤਲਬ ਕਿ ਉਸ ਤੋਂ ਪਹਿਲੇ ਜ਼ਾਤ ਦੀ ਕੰਸੀਡਰੇਸ਼ਨ ਹੈ। ਤੈਨੂੰ ਤੇ ਜ਼ਾਤ ਤੇ ਨਾਲ ਕੋਈ ਵਾਸਤਾ ਨਹੀਂ ਹੈਗਾ। ਸੋ ਜਦੋਂ ਕਹਿੰਦੇ ਆ ਵਰਨ ਨਾ ਭਾਵਨੀ, ਕਿਸੇ ਨੂੰ ਜ਼ਾਤ ਜਿਹੜੀ ਹੈ, ਤੈਨੂੰ ਕੋਈ ਵੀ ਜ਼ਾਤ ਚੰਗੀ ਨਹੀਂ ਲੱਗਦੀ ਜੇ ਕਿਸੇ ਵੱਡਾ ਕਰੇ। ਹੁਣ ਇੱਥੇ ਮੈਂ ਇਹਨੂੰ ਇਸ ਤਰ੍ਹਾਂ ਸਮਝਣਾ ਚਾਹ ਰਿਹਾ ਕਿ ਜੇ ਮੈਨੂੰ ਤੂੰ ਥਾਟ ਦਿੰਦਾ ਵੀ ਹੈ ਨਾ ਕਿ ਮੈਂ ਉੱਚੀ ਜਾਤ ਵਾਲਾ ਤੇ ਇਹ ਨੀਵੀਂ ਜਾਤ ਵਾਲਾ, ਇਹ ਜਿਹੜੀ ਥਾਟ ਹੈ ਇਹ ਮੇਰੀ ਹੈ, ਤੇਰੀ ਨਹੀਂ ਹੋ ਸਕਦੀ, ਕਿਉਂਕਿ ਤੇਰੇ ਲਈ ਤੇ ਸਾਰੇ ਬਰਾਬਰ। ਇਹ ਸਾਰਾ ਜਿਹੜਾ ਬੰਦ ਹੈ, ਵੱਡੇ ਹੱਥ ਵਡਿਆਈਆਂ ਜੈ ਭਾਵੇ ਤਾਂ ਦੇ। ਹੁਣ ਇੱਥੇ ਵਡਿਆਈਆਂ ਕਿਹੜੀਆਂ? ਇੱਥੇ ਜ਼ਾਤ ਦੀ ਗੱਲ ਹੋ ਰਹੀ ਹੈ ਸਿਰਫ। ਪਰ ਮੈਂ ਇਹਨੂੰ ਏਦਾਂ ਸਮਝਣਾ ਚਾਹਨਾ ਕਿ ਜਿਹੜੀ ਜ਼ਾਤ ਹੈ ਨਾ, that has nothing to do with your whereabouts. To understand you, I don't have to have a ਚੰਗੀ ਜ਼ਾਤ ਔਰ ਮਾੜੀ ਜ਼ਾਤ। ਤੇ ਹੁਕਮ ਸਵਾਰੇ ਆਪਣੇ, ਚੱਸਾ ਨਾ ਢਿੱਲ ਕਰੇ। ਹੁਣ ਇਹ ਗੱਲ ਜਿਹੜੀ ਹੈ ਇਹ ਮੈਨੂੰ ਸਮਝ ਆਉਂਦੀ ਹੈ ਜੇ ਮੈਂ ਪਹਿਲੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਲਵਾਂ ਕਿ ਜ਼ਾਤ ਜਿਹੜੀ ਹੈ ਹੁਕਮ ਦੇ ਵਿੱਚ ਨਹੀਂ ਸਵਾਰੀ ਜਾਂਦੀ ਵੀ ਮੈਂ ਕੋੜੀ ਹੈਗਾ ਵਾਂ ਤੇ ਮੈਂ ਨੋਬਲ ਜ਼ਾਤ ਦਾ ਬਣ ਜਾਵਾਂਗਾ ਜੇ ਤੂੰ ਚਾਹੇਗਾ ਤੇ। ਨਹੀਂ, ਹਾਂ ਮੈਨੂੰ ਇਹ ਸਮਝਣਾ ਪਏਗਾ ਕਿ ਤੇਰੇ ਹੁਕਮ ਦੇ ਵਿੱਚ
ਸਾਰਿਆਂ ਦਾ ਥਾਟ ਪ੍ਰੋਸੈਸ ਜਿਹੜਾ ਉਹ ਸਵਾਰਿਆ ਜਾਂਦਾ ਹੈ। ਕਿਉਂ ਕਿ ਤੇਰੇ ਹੁਕਮ ਦੇ ਵਿੱਚ ਹੀ ਚੱਸਾ ਨਾ ਢਿੱਲ ਕਰੇ, ਇੱਕ ਮੋਮੈਂਟ ਦੀ ਵੀ ਢਿੱਲ ਨਹੀਂ ਹੋ ਸਕਦੀ। ਜੇ ਤੂੰ ਚਾਹੇਗਾ ਤੇ ਮੈਂ ਵਾਪਸ ਜਾਵਾਂਗਾ ਇੱਥੋਂ, ਜੇ ਤੂੰ ਚਾਹੇਗਾ ਤੇ ਵਡਿਆਈਆਂ ਦਾ ਮੈਨੂੰ ਪਾਰਟ ਐਂਡ ਪਾਰਸਲ ਬਣਾ ਸਕਦਾ, ਭਾਵ ਮੇਰੇ ਤੇ ਬਖਸ਼ਿਸ਼ ਹੋ ਸਕਦੀ ਹੈ ਵਡਿਆਈਆਂ ਦੀ। ਜੇ ਤੂੰ ਚਾਹੇਗਾ ਤੇ ਮੇਰੀ ਜ਼ਾਤ ਦਾ ਅਹਿਸਾਸ ਜਿਹੜਾ ਮੇਰੇ ਵਿੱਚੋਂ ਜਾ ਸਕਦਾ, ਆ ਨਹੀਂ ਸਕਦਾ, ਆਇਆ ਤੇ ਹੋਇਆ ਹੀ ਹੈ। ਸੋ ਮੈਂ ਇਹਨੂੰ ਏਦਾਂ ਸਮਝਣਾ ਚਾਹਾਂਗਾ। ਸਭ ਕੋ ਆਖੇ ਬਹੁਤ ਬਹੁਤ ਲੈਣਾ ਕੈ ਵਿਚਾਰ। ਹੁਣ ਸਾਰੇ ਜਿਹੜੇ ਨੇ ਕਹਿੰਦੇ ਨੇ ਵੀ ਅਸੀਂ ਲੈ ਲਈਏ, ਅਸੀਂ ਇਹ ਕਰ ਲਈਏ, ਅਸੀਂ ਏਦਾਂ ਕਰ ਲਈ, ਇਹ ਕਰ ਲਈਏ ਤਾਂ ਸਾਨੂੰ ਇਹ ਮਿਲ ਜਾਏ, ਇਹ ਕਰ ਲਈਏ। ਜਿਹਨੂੰ ਅਸੀਂ ਗੱਲ ਕੀਤੀ ਸੀ ਸਰੀਰ ਦੇ ਲੈਵਲ ਤੇ ਅਸੰਖ ਦੀਆਂ ਪੌੜੀਆਂ 'ਚ, ਕਰਮਕਾਂਡੀ ਬਣ ਕੇ ਅਸੀਂ ਸਾਰੀ ਗੱਲ ਕਰ ਰਹੇ ਹਾਂ। ਅਸੀਂ ਮਨ ਦੇ ਲੈਵਲ ਤੇ ਨਹੀਂ ਕਰ ਰਹੇ। ਜੇ ਅਸੀਂ ਮਨ ਦੇ ਲੈਵਲ ਤੇ ਕਰਾਂਗੇ ਤੇ ਫਿਰ ਅਸੀਂ ਕੁਝ ਵੀ ਮੰਗ ਕੇ ਰਾਜ਼ੀ ਨਹੀਂ ਹਾਂ। ਫਿਰ ਅਸੀਂ ਕਹਾਂਗੇ ਜਿਉਂ ਭਾਵੈ ਤਿਉਂ ਰੱਖ ਲੈ, ਹਮ ਸ਼ਰਨ ਪ੍ਰਭਾਏ ਰਾਮ ਰਾਏ। ਪਰ ਜੇ ਅਸੀਂ ਕਰਮਕਾਂਡੀ ਲੈਵਲ ਤੇ ਕਰਾਂਗੇ, ਕਹਾਂਗੇ ਅਸੀਂ ਹੁਣ ਅਖੰਡ ਪਾਠ ਕਰਾਉਣਾ ਹੈ, ਜਾਂ ਸਾਡਾ ਇਹ ਕੰਮ ਹੋ ਜਾਏ ਤੇ ਅਸੀਂ ਇਹ ਕਰਾਂਗੇ, ਸੁਖਣਾ ਸੁਖ ਲਈਏ ਅਸੀਂ ਇਹ ਕਰਾਂਗੇ। ਇਹ ਸਾਰਾ ਕਾਰਮਿਕ ਲੈਵਲ ਤੇ ਹੈ, ਕਰਮਕਾਂਡੀ ਲੈਵਲ, ਸਰੀਰਕ ਲੈਵਲ। ਮਾਨਸਿਕ ਲੈਵਲ ਤੇ ਸਾਨੂੰ ਕੁਛ ਨਹੀਂ ਚਾਹੀਦਾ, ਕਿਉਂਕਿ ਸਾਨੂੰ ਇਹ ਪਤਾ ਹੈ ਕਿ ਸਾਡੇ ਇਹ ਕਰਮ ਜਿਹੜੇ ਨੇ ਸਾਡੇ ਨਾਲ ਨਹੀਂ ਜਾਣੇ। ਸਭ ਕੋ ਆਖਿਆ ਬਹੁਤ ਬਹੁਤ ਲੈਣਾ ਕੈ ਵਿਚਾਰ, ਕਿਉਂਕਿ ਕਰਮ ਲੈਵਲ ਤੇ ਅਸੀਂ ਗੱਲ ਕਰ ਰਹੇ ਹਾਂ ਔਰ ਸਰੀਰਕ ਲੈਵਲ ਦੀ ਗੱਲ ਕਰ ਰਹੇ ਹਾਂ, ਇਸ ਕਰਕੇ ਸਿਰਫ ਅਸੀਂ ਮੰਗਦੇ ਹੀ ਹਾਂ। ਕੇਵੜ ਦਾਤਾ ਆਖੀ ਹੈ ਦੇ ਕਹਿ ਰਿਹਾ ਸ਼ੁਮਾਰ, ਪਰ ਤੂੰ ਵੱਡਾ ਕਿੰਨਾ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੇ ਪੁਸਾ। ਤੂੰ ਕਿੰਨਾ ਵੱਡਾ ਦਾਤਾ, ਇਹ ਤੇ ਦੱਸਿਆ ਹੀ ਨਹੀਂ ਜਾ ਸਕਦਾ ਨਾ। ਤੇ ਤੂੰ ਦੇਈ ਜਾਨਾ ਪਿਆ, ਦੇਂਦਾ ਦੇ ਲੈਂਦੇ ਥੱਕ ਪਾਏ ਹੈ, ਮੈਨੂੰ ਨਹੀਂ ਅੰਦਾਜ਼ਾ ਹੋ ਸਕਦਾ। ਨਾਨਕ ਤੋਟ ਨਾ ਆਵੇ, ਐਂਡ ਤੇਰੀ ਗਿਵਿੰਗ ਦੇ ਵਿੱਚ ਕੋਈ ਕਮੀ ਨਹੀਂ ਆ ਸਕਦੀ। ਤੇਰੇ ਇੱਥੇ ਹੁਣ ਜੁਗ ਹੈ ਜੁਗ ਹੈ ਨਹੀਂ ਪੜਨਾ, ਇਹਨੂੰ ਪੜਨਾ ਹੈ ਤੇਰੇ ਜੁਗਾ ਜੁਗਾ ਭੰਡਾਰ। ਜੇ ਹਾਹੇ ਨੂੰ ਬਿੰਦੀ ਲਾ ਲਈਏ ਤੇ ਤਾਂ ਵੀ ਠੀਕ ਹੈ, ਤੇਰੇ ਜੁਗਾ ਜੁਗਾ ਭੰਡਾਰ। ਦੇਂਦੇ ਤੋਟ ਨਾ ਆਵੇ, ਬਾਬਾ ਅੱਲਾ ਅਗਮਾ ਪਾਰ। ਤੂੰ ਇੰਨਾ ਵੱਡਾ ਹੈ, ਤੂੰ ਇੰਨਾ ਬੇਅੰਤ ਹੈ, ਤੂੰ ਬੇਅੰਤ ਕੋ ਵਿਰਲਾ ਜਾਣੇ, ਗੁਰ ਪ੍ਰਸਾਦ ਕੋ ਸ਼ਬਦ ਪਛਾਣੇ। This is how ਮੈਨੂੰ ਏਦਾਂ ਦੀ ਸਮਝ ਆਉਂਦੀ ਹੈ। ਅੱਗੇ ਵੀ ਬੇਨਤੀ ਕੀਤੀ ਸੀ ਕਿ ਅਸੀਂ ਕਿਉਂਕਿ ਹੁਣ ਇਸ ਕਲਾਸ ਦੇ ਜ਼ਰੀਏ ਥੋੜ੍ਹੇ ਜਿਹੇ ਸਿਆਣੇ ਬਣਦੇ ਪਏ ਹਾਂ ਗੁਰਮਤ ਵੱਲੋਂ, ਤੇ ਜਿੱਥੇ ਵੀ ਕਿਧਰੇ ਕਨਸੈਪਟ ਨੂੰ ਢਾਹ ਲੱਗਦੀ ਹੋਵੇ ਤੇ ਅਸੀਂ ਉਹਨੂੰ ਬਚਾਉਣਾ ਸਿੱਖਣਾ ਹੈ, ਕਿ ਅਸੀਂ ਇਹੋ ਜਿਹੇ ਢੰਗ ਦੇ ਨਾਲ ਉਹਨੂੰ ਸਮਝੀਏ ਜਾਂ ਆਪਣੇ ਆਪ ਨੂੰ ਸਮਝਾਈਏ ਤਾਂ ਕਿ ਅਸੀਂ ਕਨਸੈਪਟ ਨੂੰ ਮਿਸਕਨਸੈਪਟ ਨਾ ਕਰ ਦਈਏ। Having understood so much, I don't know, ਜੇ ਮੈਨੂੰ ਨਹੀਂ ਸਮਝ ਆਈ ਹੋਈ ਤੇ I would do the same dogmatically, ਉਹਨੂੰ ਫੋਲੋ ਕਰਾਂਗਾ। ਐਨੀ ਕੁ ਬੇਨਤੀ ਹੈ ਜੀ। Anyone wants to add? ਵੀਰ ਜੀ ਮੇਰਾ ਇੱਕ ਕੁਐਸਚਨ ਸੀ, ਇੱਥੇ 7 ਪੌੜੀ ਤੇ ਸਮਾਪਤੀ ਹੋਇਆ, ਲੇਕਿਨ ਉੱਪਰ ਲਿਖਿਆ ਸੀ ਅਸ਼ਪਤੀ, ਅਠਪਦੀ। ਹਾਂਜੀ, तो फिर किस तरह, हाउ कम इट्स आंसर 7 पौड़ी? ਨਹੀਂ ਇਹ ਜ਼ਰੂਰੀ ਨਹੀਂ ਹੈ। ਇਹ ਕਿਧਰੇ 9 ਪੌੜੀਆਂ ਵੀ ਹੈ, 9 ਬੰਦ ਵੀ ਹੈਗੇ ਨੇ, पर इसे लिखे अष्टपदी। ਅਸ਼ਟਪਦੀ, ਹਾਂਜੀ 8 ਪਦਿਆਂ ਵਾਲੀ। हाँ जी, ਹਾਂਜੀ अजमंडल। ਹਾਂਜੀ, ਉਹਦੇ ਚ ਕੋਈ ਸਾਨੂੰ ਦਿੱਕਤ ਨਹੀਂ। ਗੁਰੂ ਸਾਹਿਬ ਨੇ ਅਸ਼ਟਪਦੀਆਂ ਦੇ ਹੈਡਿੰਗ ਦੇ ਵਿੱਚ ਹੀ 8 ਪਦੇ ਵੀ ਲਿਖੇ ਹੋਏ ਨੇ, 7 ਵੀ ਲਿਖੇ ਹੋਏ ਨੇ, 8 ਤੇ ਲਿਖੇ ਹੀ ਹੋਏ ਨੇ,
ਹਾਂਜੀ 7 ਵੀ ਲਿਖੇ ਹੋਏ ਨੇ, 9 ਵੀ ਲਿਖੇ ਹੋਏ ਨੇ, ਤੇ 9 ਤੋਂ ਜ਼ਿਆਦਾ ਵੀ ਹੈਗੇ ਜੀ। okay I thought कि eight means eight पौड़ी that's it ਨਹੀਂ, ਅਸ਼ਟਪਦੀ ਦਾ ਮਹਿਣਾ ਇਹੀ ਹੈ ਆਫ ਕੋਰਸ, ਪਰ ਇਹਦੇ ਚ ਅਸੀਂ ਇਹਨੂੰ ਅਸੀਂ ਸਮਝ ਨਹੀਂ ਸਕ ਰਹੇ, ਕਾਈਂਡ ਆਫ ਅਸੀਂ ਇਹਨੂੰ ਸਵਾਲ ਨਹੀਂ ਕਰ ਸਕਦੇ, ਸੌਰੀ, okay ਸਮਝ ਤੇ ਸਕ ਰਹੇ ਹਾਂ, ਸਵਾਲ ਨਹੀਂ ਹਾਂਜੀ ਕਰ ਸਕਦੇ, ਬਿਕੋਜ਼ ਦੇ ਆਰ ਦੇਅਰ। okay 7 ਵੀ ਹੈਗੀਆਂ ਨੇ, 9 ਵੀ ਹੈਗੀਆਂ ਨੇ, ਇਸੇ ਤਰ੍ਹਾਂ 16 ਦੇ ਵਿੱਚ ਵੀ 16 ਤੋਂ ਜ਼ਿਆਦਾ ਵੀ ਹੈਗੀਆਂ ਨੇ, ਯੂ نو ਕੋਈ ਸਿਰਲੇਖ ਨਹੀਂ ਹੈਗਾ, ਤੇ 30 ਪੌੜੀਆਂ ਹੈਗੀਆਂ ਨੇ, 30 ਬੰਦ, ਨਾਟ ਪੌੜੀਆਂ, 3-4 ਸ਼ਬਦ ਨੇ, ਇੱਕ ਸੂਹੀ ਰਾਗ ਦਾ ਹੈ ਸ਼ਾਇਦ, ਤੇ 2 ਕੁ, ਤੇ ਜੋਗੀ ਅੰਦਰ ਜੋਗੀਆਂ ਵਾਲਾ, ਇਹ ਵੀ ਬੜਾ ਵੱਡਾ ਹੈ, ਤੇ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ, ਉਹ ਵਾਲਾ ਜਿਹੜਾ ਸ਼ਬਦ ਹੈ ਉਹ ਵੀ ਬੜਾ ਵੱਡਾ ਹੈ, ਪਰ ਉਹਦਾ ਕੋਈ ਸਿਰਲੇਖ ਨਹੀਂ ਹੈ। thank you ਪਰ ਇਹ ਸਾਨੂੰ ਲੱਭਦਾ ਹੈ ਇਹਦੇ ਵਿੱਚੋਂ ਗੁਰਬਾਣੀ ਚ, ਜੇ ਮੈਨੂੰ ਇਹਦਾ ਵਿਸ਼ ਕੇ ਇਹਦਾ ਆਨਸਰ ਪਤਾ ਹੋਵੇ, ਪਰ ਆਈ ਡੋਂਟ ਥਿੰਕ ਕਿ ਮੈਨੂੰ ਨਹੀਂ ਪਤਾ ਇਹਦਾ ਜਵਾਬ, ਤੇ ਮੈਨੂੰ ਇਹ ਨਹੀਂ ਲੱਗਦਾ ਕਿ ਇਹਦਾ ਇਹ ਕੋਈ ਸਵਾਲ ਵੀ ਹੋਣਾ ਚਾਹੀਦਾ, ਕਿਉਂਕਿ ਪਾਤਸ਼ਾਹ ਦੀ ਮਰਜ਼ੀ, ਉਹਨਾਂ ਨੇ ਪਤਾ ਨਹੀਂ ਕੀ ਕੀਤਾ। ਹੁਣ ਇੱਥੇ ਤਿਪਦੇ ਨੇ, 3 ਪਦੇ ਨੇ ਅਸ਼ਟਪਦੀ ਦੇ ਵਿੱਚ। ਹੁਣ ਅਸੀਂ ਜੇ ਅਸ਼ਟਪਦੀ ਵੀ ਆਰ ਯੂਜ਼ਡ ਟੂ ਸੁਖਮਨੀ, ਹਾਂਜੀ ਹੈ ਨਾ, ਤੇ ਉੱਥੇ ਬੜਾ ਸਿੱਧਾ 2 ਉਹਨੂੰ ਕਹਿੰਦੇ ਨੇ ਜੋਟਾ, 2 ਲਾਈਨਾਂ ਨੂੰ ਕਹਿੰਦੇ ਅਸੀਂ ਜੋਟਾ, ਤੇ ਉੱਥੇ 10 ਲਾਈਨਾਂ ਹੁੰਦੀਆਂ, ਮਤਲਬ 5 ਜੋਟੇ ਹੁੰਦੇ ਨੇ, ਅਸ਼ਟਪਦੀ ਖਤਮ ਹੋ ਜਾਂਦੀ ਹੈ, ਯੂ نو ਸ਼ਲੋਕ ਆ ਜਾਂਦਾ, ਫਿਰ ਦੂਜਾ ਪਦਾ ਆ ਜਾਂਦਾ, ਇੱਕ ਪਦਾ ਖਤਮ ਹੋ ਜਾਂਦਾ, ਫਿਰ ਤੀਜਾ, ਫਿਰ ਚੌਥਾ। ਉੱਥੇ 10 ਸ਼ਬਦਾਂ ਦਾ, 10 ਜੋਟਿਆਂ ਦਾ ਇੱਕ ਪਦਾ ਹੈ, ਤੇ 10 ਨੂੰ ਜੇ ਕਰੀਏ ਤੇ 8 ਪਦਿਆਂ ਦੀ ਅਸ਼ਟਪਦੀ ਹੈ। Am I making sense? yes ਸੋ ਸਾਨੂੰ ਉਹ ਅਸ਼ਟਪਦੀ ਦਾ ਪਤਾ, ਪਰ ਹੁਣ ਇੱਥੇ 3 ਲਾਈਨਾਂ ਨੇ, ਤੇ ਜੇ ਕੋਈ ਆਪਣੀ ਗੱਲ ਨੂੰ ਭਈ ਮੈਨੂੰ ਪਤਾ ਹੈ ਹਉਮੈ ਪਰਾਇਣ ਕਹਿਣਾ ਚਾਹੇ, ਤਾਂ ਕਹੇਗਾ ਜੀ ਇਹ 3 ਲਾਈਨਾਂ ਨੇ ਨਾ, ਤੇ 7 ਹੈਗੀਆਂ ਨੇ, ਤੇ 7 ਚੋਂ ਇੱਕ ਲਾਈਨ ਕੱਢ ਲਓ, ਤੇ ਫਿਰ ਉਹ ਐਵੇਂ ਹਿਸਾਬ ਕਿਤਾਬ ਦੇ ਚੱਕਰ। ਪਰ ਸਾਨੂੰ ਇਹ ਸਮਝ ਆਉਂਦੀ ਹੈ ਵੀ ਇਹ 3 ਲਾਈਨਾਂ ਚ ਕਿੰਨੀ ਕੰਕਰੀਟ ਗੱਲ ਕਰਦੇ ਨੇ ਪਾਤਸ਼ਾਹ। ਅੱਛਾ, ਕਿਧਰੇ ਇੱਕ ਲਾਈਨ ਦੇ ਵਿੱਚ ਵੀ ਬੜੀ ਕਮਾਲ ਗੱਲ ਕੀਤੀ ਹੋਈ, ਉਹ ਜਿਹੜਾ ਹਾਂ ਕਰਕੇ ਆ ਨਾ, ਆਇਆ ਹਾਂ ਹਰ ਲਖ ਝਾਕੇ ਮੇਰੇ ਮਨਾ, ਏਦਾਂ ਕਰਕੇ ਵੀ ਪਤਾ ਨਹੀਂ, ਆਈ ਡੋਂਟ ਰਿਮੈਂਬਰ ਦਾ ਤੁਕਾਂ, ਵੀ ਮੈਂ ਏਦਾਂ ਕੀਤਾ ਹੈ, ਮੈਂ ਇਹ ਕੀਤਾ ਹੈ, ਜਾਂ ਜਿਹੜਾ ਸ਼ਬਦ ਨਾਮਦੇਵ ਜੀ ਦਾ, ਤੂੰ ਕੁਨ ਰੇ ਮੈਂ ਜੀ ਹੋ ਜੀ ਨਾਮਾ, ਉਹਨੂੰ ਉਹ ਇੱਕ ਬੰਦ ਹੈਗਾ ਪੂਰਾ, ਤੇ ਜੇ ਅਸੀਂ ਪੈਰਾਮੀਟਰ ਚ ਚੱਲੀਏ ਤੇ ਉਹ ਕੁਝ ਵੀ ਨਹੀਂ ਹੈ, ਬਟ ਜਦੋਂ ਸੈਂਸ ਕਰੀਏ ਤੇ ਪੂਰੀ ਸੈਂਸ ਬਣਦੀ ਪਈ। ਬਾਣੀ ਅਗੇਨ, ਅਮਰਜੀਤ ਜੀ ਤੁਸੀਂ ਸਵਾਲ ਬਹੁਤ ਵੈਲਿਡ ਪਾਇਆ, ਤੇ ਤੁਸੀਂ ਇਹ ਸਮਝ ਕੇ ਪਾਇਆ ਵੀ ਮੈਨੂੰ ਸਾਰਾ ਪਤਾ ਹੋਣਾ ਹੈ, ਤੇ ਮੈਂ ਪੜ੍ਹਾਈ ਪਿਛਲੇ ਕਈ ਕਲਾਸਾਂ ਤੋਂ ਇਹ ਕਰ ਰਿਹਾ ਕਿ ਪਤਾ ਹੋ ਨਹੀਂ ਸਕਦਾ, ਜੇ ਹੋਵੇ ਵੀ ਤੇ ਬਿਆਨ ਨਹੀਂ ਹੋ ਸਕਦਾ, you know it's strange। ਚਲੋ, anyone? ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਸੁਹੀ ਮਹਲਾ ਪੰਜਵਾਂ। ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਬੋਲ ਨ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਬੋਲ ਨ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। मेरे राम राय तू संता का संत तेरे, तेरे सेवक को पाओ किच नाही, जम नहीं आवे नेरे। रहो जो तेरे रंग राते स्वामी, तिनका जन्म मरण दुख नासा, तेरी बख्श न मेटे कोई, सतगुर का दिलासा। नाम त्याइन सुफल पाइन आठ पहर अराधे, तेरी शरण तेरे परवासे, पंच दुष्ट ले साधे। नाम त्याइन सुफल पाइन आठ पहर अराधे, तेरी शरण तेरे परवासे, पंच दुष्ट ले साधे। ज्ञान ध्यान किछ कर्म न जाना, सार न जाना तेरी, सब ते वड्डा सतगुरु नानक, जिन कल राखी मेरी। ज्ञान ध्यान किछ कर्म न जाना, सार न जाना तेरी, सब ते वड्डा सतगुरु नानक, जिन कल राखी मेरी। धन गुरु नानक, धन गुरु नानक, धन गुरु नानक, धन गुरु नानक, धन गुरु नानक। वाहिगुरु 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 वाहिगुरु। वाहिगुरु जी का खालसा, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਾਰਿਆਂ ਦਾ ਜੀ।